टीवी पंजाब ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਅੱਜ ਇੱਕ ਬੜਾ ਹੀ ਅਹਿਮ ਦਿਨ ਹੈ ਭਾਰਤ ਦੇ ਵਾਸਤੇ, ਕਿਉਂਕਿ ਤਿੰਨੋਂ ਖੇਤੀ ਆਰਡੀਨੈਂਸ ਜਿਹੜੇ ਲਗਾਤਾਰ ਵਿਵਾਦ ਦਾ ਵਿਸ਼ਾ ਬਣੇ ਹੋਏ ਨੇ, ਉਹ ਹੇਠਲੇ ਸਦਨ ਤੋਂ ਬਾਅਦ ਅੱਜ ਉੱਪਰਲੇ ਸਦਨ ਭਾਵ ਕਿ ਰਾਜ ਸਭਾ ਨੇ ਵੀ ਉੱਤੇ ਮੋਹਰ ਲਾ ਦਿੱਤੀ ਹੈ। ਹੁਣ ਇਹ ਲਗਭਗ ਇਹ ਕਾਨੂੰਨ ਬਣਨੇ ਲਗਭਗ ਤੈਅ ਹੋ ਗਿਆ ਹੈ, ਜਿਸ ਤਰ੍ਹਾਂ ਦੀ ਮਨਸ਼ਾ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਚੱਲੀ ਸੀ। ਪੰਜਾਬ ਦੇ ਵਿੱਚ ਬੰਦ ਦੇ ਸੱਦੇ ਦਿੱਤੇ ਹੋਏ ਨੇ। ਲਗਾਤਾਰ ਪੰਜਾਬ ਕਰੋਨਾ ਮਹਾਮਾਰੀ ਨਾਲ ਜੂਝਦਾ ਹੋਇਆ ਵੀ ਹੁਣ ਜਿਹੜੀ ਆਪਣੀ ਰੋਟੀ ਦੇ ਉੱਤੇ, ਖਾਸ ਕਰ ਆਪਣੇ ਖੇਤੀ ਕਲਚਰ ਦੇ ਉੱਤੇ, ਜਿੱਥੇ ਖੇਤੀ ਬੜੇ ਮੁੱਢ ਕਦੀਮ ਤੋਂ ਚੱਲਦੀ ਆ ਰਹੀ ਹੈ ਤੇ ਖੇਤੀ ਦੀ ਕਿਸ ਤਰ੍ਹਾਂ ਕਲਚਰ ਬਣਦਾ ਅੱਗੇ ਜਾ ਕੇ ਖੇਤੀ ਸ਼ਾਹੂਕਾਰੇ ਤੱਕ ਜਾਂਦੀ ਹੈ, ਮੰਡੀ 'ਚ ਜਾਂਦੀ ਹੈ, ਮੰਡੀ ਤੇ ਕਿਸਾਨ ਦਾ ਰਿਸ਼ਤਾ ਬਣਦਾ ਹੈ, ਖੇਤ ਮਜ਼ਦੂਰ ਦਾ ਰਿਸ਼ਤਾ ਬਣਦਾ ਹੈ, ਮੰਡੀ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਰੋਜੀ ਰੋਟੀ ਬਣਦੀ ਹੈ, ਇੱਕ ਵੱਡਾ ਤੰਤਰ ਬਣਦਾ ਹੈ। ਪੰਜਾਬ ਦੇ ਮਾਮਲੇ ਵਿੱਚ ਤਾਂ ਹੋਰ ਵੀ ਅਹਿਮ ਹੋ ਜਾਂਦਾ, ਕਿਉਂਕਿ ਜਿਹੜਾ ਪੰਜਾਬ ਦਾ ਮੰਡੀ ਬੋਰਡ ਹੈ, ਪੰਜਾਬ ਦਾ ਮੰਡੀ ਬੋਰਡ ਜੋ ਸੈਸ ਲੈਂਦਾ ਲਗਭਗ 5-6% ਸੈਸ ਉਹ ਹਰੇਕ ਫਸਲ ਤੋਂ ਲੈਂਦਾ ਹੈ। ਜਦੋਂ ਕੋਈ ਫਸਲ ਵੇਚਦਾ ਹੈ ਤੇ ਉਹ ਬਾਰਦਾਨੇ ਦੇ ਰੂਪ 'ਚ FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਜਾਂਦੀ ਹੈ, ਤਾਂ ਸਾਰੇ 'ਚੋਂ ਲਗਭਗ 4,000 ਕਰੋੜ ਰੁਪਈਆ ਜਿਹੜਾ ਮੰਡੀ ਬੋਰਡ ਦੀ ਕਮਾਈ ਹੁੰਦੀ ਹੈ। ਇਹ ਛਮਾਹੀ ਕੇ ਸਾਲਾਨਾ ਹੁੰਦੀ ਹੈ, ਜਿਸ ਤੋਂ ਮੰਡੀ ਬੋਰਡ ਦੇ ਜ਼ਿੰਮੇ ਇੱਕ ਬਹੁਤ ਬੜੀ ਜ਼ਿੰਮੇਵਾਰੀ ਹੈ। ਪੰਜਾਬ ਕਿਉਂਕਿ ਪਿੰਡਾਂ 'ਚ ਵੱਧ ਵਸਦਾ ਹੈ, ਪਿੰਡਾਂ ਨੂੰ ਜਾਂਦੀਆਂ ਜਿਹੜੀਆਂ ਲਿੰਕ ਰੋਡ ਨੇ, ਸੰਪਰਕ ਸੜਕਾਂ ਜਿਨ੍ਹਾਂ ਨੂੰ ਕਹਿੰਦੇ ਆ, ਹਾਲਾਂਕਿ ਜ਼ਿਆਦਾਤਰ ਟੁੱਟੀਆਂ ਫੁੱਟੀਆਂ ਹੋਈਆਂ ਨੇ, ਉਹਨਾਂ ਦੀ ਜਿਹੜੀ ਮੁਰੰਮਤ, ਰੀਕਾਰਪੇਟਿੰਗ ਤੇ ਜਿੱਥੇ ਜਿੱਥੇ ਨਿਰਮਾਣ ਦੀ ਲੋੜ ਹੈ, ਇਹ ਮੰਡੀ ਬੋਰਡ ਦੇ ਜ਼ਿੰਮੇ ਹੈ। ਜਿਵੇਂ ਨੈਸ਼ਨਲ ਹਾਈਵੇ ਨੂੰ ਨੈਸ਼ਨਲ ਹਾਈਵੇਜ਼ ਬਣਾਉਂਦੇ ਨੇ, ਰਾਜਮਾਰਗਾਂ ਨੂੰ ਜਿਹੜੀਆਂ ਅਥਾਰਟੀਆਂ ਬਣਾਉਂਦੀਆਂ ਨੇ, ਪਰ ਪੰਜਾਬ ਦੇ ਲੋਕਾਂ ਦੇ, ਪੰਜਾਬ ਦੇ ਕਿਸਾਨਾਂ ਦੀ ਜੋ ਖੇਤੀ ਦੀ ਜੋ ਉਪਜ ਹੈ, ਉਹਦਾ ਵੇਚ ਵੱਟ ਹੁੰਦੀ ਹੈ, ਉਹਦਾ ਇੱਕ ਵੱਡਾ ਹਿੱਸਾ ਉਹਨਾਂ ਸੜਕਾਂ ਨੂੰ ਜਾਂਦਾ ਹੈ, ਜਿਹਦਾ ਤਰਕ ਸ਼ਾਇਦ ਇਹ ਰਿਹਾ ਹੋਵੇਗਾ ਕਿ ਹਰੇਕ ਪਿੰਡ ਨੂੰ ਜਦੋਂ ਸੜਕ ਜਾਂਦੀ ਹੈ ਤਾਂ ਉਹਦੇ ਆਲੇ ਦੁਆਲੇ ਖੇਤ ਨੇ, ਤੇ ਲੋਕਾਂ ਨੇ ਜਦੋਂ ਖੇਤਾਂ 'ਚ ਆਉਣਾ ਜਾਣਾ, ਫਸਲ ਚੁੱਕਣੀ ਹੈ, ਖੇਤ ਵਾਹੁਣੇ ਨੇ, ਹੋਰ ਗਤੀਵਿਧੀਆਂ ਕਰਨੀਆਂ, ਤਾਂ ਇਹ ਸੜਕਾਂ ਵਰਤਣੀਆਂ ਨੇ। ਇਸ ਕਰਕੇ ਮੰਡੀ ਬੋਰਡ ਇਹਨਾਂ ਦੀ ਜ਼ਿੰਮੇਵਾਰੀ ਚੱਕੇ। ਪਰ ਜੇ ਹੁਣ ਜੋ ਨਵੇਂ ਖੇਤੀ ਆਰਡੀਨੈਂਸ ਨੇ, ਇਹਨਾਂ ਨਾਲ ਜੇਕਰ ਸਥਿਤੀ ਬਿਲਕੁਲ ਹੀ ਬਦਲ ਜਾਂਦੀ ਹੈ, ਜਿਵੇਂ ਕਿ ਵੱਡੇ ਤੋਂ ਵੱਡੇ ਧੁਨੰਤਰ ਤੋਂ ਧੁਨੰਤਰ ਖੇਤੀ ਵਾਲੇ ਆਰਥਿਕ ਮਾਹਰ, ਹੋਰ ਤਰ੍ਹਾਂ ਦੇ ਜਿੰਨੇ ਵੀ ਮਾਹਿਰ ਨੇ, ਉਹ ਸਾਰੇ ਖਦਸ਼ਾ ਪ੍ਰਗਟ ਕਰ ਰਹੇ ਨੇ ਕਿ ਮੰਡੀ ਕਲਚਰ ਦੇ ਖਤਮ ਹੋਣ ਨਾਲ ਬਿਲਕੁਲ ਹੀ ਸਾਰੀ ਸਥਿਤੀ ਬਦਲ ਜਾਏਗੀ, ਕਾਰਪੋਰੇਟ ਭਾਰੂ ਹੋ ਜਾਏਗਾ। ਕਿਉਂਕਿ ਹੁਣ ਵੀ ਕਣਕ ਤੇ ਝੋਨੇ ਨੂੰ ਛੱਡ ਕੇ ਮੱਕੀ ਤੇ ਸੂਰਜਮੁਖੀ ਦੂਜੀਆਂ ਪ੍ਰਮੁੱਖ ਫਸਲਾਂ ਪੰਜਾਬ ਤੇ ਹਰਿਆਣੇ ਦੀਆਂ ਨੇ, ਯੂਪੀ ਦੀਆਂ ਜਾਂ ਇੱਕ ਦੋ ਹੋਰ ਸਟੇਟਾਂ ਦੀਆਂ, ਜਿਨ੍ਹਾਂ ਦੇ ਉੱਤੇ MSP ਤਾਂ ਹੈ, ਪਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਜਿਹੜਾ ਪੂਲ 'ਚ ਨਹੀਂ ਜਾਂਦੀ ਏ, ਉਸ ਪੂਲ 'ਚ ਨਾ ਜਾਂਦੀ ਹੋਣ ਕਰਕੇ ਖੁੱਲ੍ਹਾ ਵਪਾਰੀ ਜਿਹੜਾ ਇਹਨਾਂ ਫਸਲਾਂ ਨੂੰ ਚੱਕਦਾ ਹੈ। 1800 ਕੇ 1900 ਰੁਪਈਆ ਇਸ ਵਕਤ ਮੱਕੀ ਦੀ MSP ਹੈ, ਮਜਬੂਰੀ 'ਚ 800-900 ਰੁਪਈਏ ਵੀ ਮਜਬੂਰੀ 'ਚ ਕਿਸਾਨ ਵੇਚ ਕੇ, ਹੱਥ ਬੰਨ੍ਹ ਕੇ ਵੇਚ ਕੇ ਆਉਂਦਾ ਹੈ। MSP ਹੋਣ ਦੇ ਬਾਵਜੂਦ ਵੀ, ਮੰਡੀ 'ਚ ਫਸਲ ਸੁੱਟੀ ਜਾ ਰਹੀ ਹੋਣ ਦੇ ਬਾਵਜੂਦ ਵੀ, ਅੱਧੇ ਰੇਟ 'ਤੇ ਮੱਕੀ ਵਰਗੀ ਫਸਲ, ਜਿਹਦਾ ਜਿਹੜਾ ਹੈਗਾ ਕੌਰਨਫਲੈਕਸ ਜਾਂ ਅੱਗੇ ਪੌਪਕੌਰਨ ਜਿਹੜੇ 250-300 ਰੁਪਏ ਦੇ ਵਿਕਦੇ ਨੇ, ਤੇ ਜਿਹੜੀ ਫਸਲ ਮਸਾਂ ਹੀ ਜਿਹੜੀ 10 ਰੁਪਏ ਕਿਲੋ ਵਿਕ ਰਹੀ ਹੈ। ਸੋ ਕਿੰਨੀ ਮਾੜੀ ਹਾਲਤ ਹੈ, ਜਿਸ ਤੋਂ ਅੰਦਾਜ਼ਾ ਆਪਾਂ ਅਗਲਾ ਲਾ ਸਕਦੇ ਹਾਂ। ਅੱਜ ਅਸੀਂ ਗੱਲਬਾਤ ਇਸ ਮੁੱਦੇ 'ਤੇ ਕਰਨ ਵਾਸਤੇ ਸੱਦਾ ਦਿੱਤਾ ਆਪਣੇ ਸਟੂਡੀਓ 'ਚ ਨਾਮਵਰ ਓਲੰਪੀਅਨ, ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਤੇ ਇਸ ਵਕਤ ਪੰਜਾਬ ਦੇ MLA ਸਰਦਾਰ ਪ੍ਰਗਟ ਸਿੰਘ ਹੋਰਾਂ ਨੂੰ। ਪ੍ਰਗਟ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜਿਵੇਂ ਮੈਂ ਥੋੜ੍ਹਾ ਜਿਹਾ ਮੁੱਢ ਵੱਜਿਆ ਕਿ ਆਮ ਬੰਦੇ ਨੂੰ ਆਮ ਭਾਸ਼ਾ 'ਚ ਥੋੜ੍ਹਾ ਸਮਝ ਆਵੇ ਕਿ ਉਸ ਨਾਲ ਵਾਪਰ ਕੀ ਰਿਹਾ ਹੈ। ਤੁਸੀਂ ਹੁਣ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਦੇ ਤੁਸੀਂ MLA ਹੋ, ਤੁਹਾਡੀ ਪਾਰਟੀ ਨੇ ਹੀ ਬਕਾਇਦਾ ਵਿਧਾਨ ਸਭਾ 'ਚ ਮਤਾ ਪਾ ਕੇ ਇਹਨਾਂ ਨੂੰ ਰੱਦ ਕੀਤਾ ਹੈ, ਤੇ ਛੇਤੀ ਇੱਕ ਹੋਰ ਸੈਸ਼ਨ ਸਾਨੂੰ ਪਤਾ ਲੱਗ ਰਿਹਾ ਕਿ ਸੱਦਿਆ ਜਾ ਰਿਹਾ, ਜਿਸ 'ਚ ਸਾਰੀਆਂ ਪਾਰਟੀਆਂ ਦੀ ਰਾਏ ਲਈ ਜਾਏਗੀ। ਬਤੌਰ ਇਨਸਾਨ ਤੇ ਬਤੌਰ ਇੱਕ ਪੋਲੀਟੀਸ਼ੀਅਨ ਤੇ ਇੱਕ ਸਾਬਕਾ ਇੱਕ ਜਿਹੜਾ ਖਿਡਾਰੀ ਹੋਣ ਦੇ ਨਾਤੇ, ਤੁਸੀਂ ਇਸ ਮੂਵ ਨੂੰ ਜਿਹੜਾ ਹੈਗਾ ਭਾਰਤ ਦੇ ਪ੍ਰਪੇਖ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਪ੍ਰਪੇਖ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਦੇਖੋ ਨੀਲ ਜੀ, ਵੈਸੇ ਤਾਂ ਤੁਸੀਂ ਆਲਮੋਸਟ ਸਾਰਾ ਐਕਸਪਲੇਨ ਕਰ ਦਿੱਤਾ, ਪਰ ਜਦੋਂ ਹਿੰਦੁਸਤਾਨ ਨੂੰ ਅਨਾਜ ਦੀ ਜ਼ਰੂਰਤ ਸੀ ਤੇ ਪੰਜਾਬੀਆਂ ਨੇ ਹਰ ਹੀਲੇ ਮਿਹਨਤ ਕਰਕੇ ਪੰਜਾਬ ਦਾ ਪਾਣੀ ਵੀ ਕੰਪਰੋਮਾਈਜ਼ ਕੀਤਾ, ਪੰਜਾਬ ਦੀ ਮਿੱਟੀ ਵੀ, ਜਿਹੜੀ ਸਾਡੀ ਜ਼ਮੀਨ ਸੀਗੀ, ਉਹਨੂੰ ਕੰਪਰੋਮਾਈਜ਼ ਕੀਤਾ, ਵੱਧ ਤੋਂ ਵੱਧ ਪੈਸਟੀਸਾਈਡ ਯੂਜ਼ ਕੀਤੀਆਂ ਤਾਂ ਕਿ ਅਸੀਂ ਦਾ ਝਾੜ ਵੱਧ ਤੋਂ ਵੱਧ ਲੈ ਕੇ ਤੇ ਲੋਕਾਂ ਦਾ, ਜਿਹੜਾ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰ ਸਕੀਏ। ਉਹ ਤਾਂ ਅਸੀਂ ਜਿਹੜਾ ਇਹਦੀ ਬੈਕਗਰਾਊਂਡ ਤੇ ਕੀਤਾ, ਔਰ ਉਹਦੇ ਨਾਲ ਹੌਲੀ ਹੌਲੀ ਹੋਇਆ ਕਿ ਹਿੰਦੁਸਤਾਨ ਦੀ ਸਰਕਾਰ ਨੇ ਇਹ ਦੋ ਫਸਲਾਂ ਜਿਹੜੀਆਂ ਖਾਸ ਕਰਕੇ ਝੋਨਾ ਤੇ ਜਿਹੜੀ ਕਣਕ ਹੈ, ਇਹਨੂੰ ਜਿਹੜੀ ਆ MSP ਹੀ ਨਹੀਂ ਦਿੱਤੀ, ਇਹਨੂੰ ਬੇਸਿਕਲੀ 100% ਇੱਕ ਦਾਣਾ ਵੀ ਲਿਫਟ ਕਰਕੇ, ਜਿਹਦੇ ਨਾਲ ਪੰਜਾਬ ਦੀ ਇਕੋਨਮੀ ਦੇ ਵਿੱਚ ਲਗਭਗ 60,000 ਤੋਂ 65,000 ਕਰੋੜ ਰੁਪਈਆ ਜਿਹੜਾ
ਉਹ ਪੰਜਾਬ ਦੇ ਪੂਲ 'ਚ ਆਉਂਦਾ, ਕਿਸਾਨੀ ਦੇ ਪੂਲ ਦੇ ਵਿੱਚ ਆਉਂਦਾ, ਬਿਲਕੁਲ। ਜਿੱਥੋਂ ਉਹ ਆੜ੍ਹਤੀਆਂ ਕੋਲ ਜੇ ਉਹਨੇ ਕਿਤੇ ਵਿਆਹ ਕਰਨਾ ਉੱਥੇ, ਜੇ ਕਿਤੇ ਉਹਨੇ ਕੱਪੜੇ ਸਮਾਉਣੇ ਉੱਥੇ, ਸੋ ਉਹ ਸਰਕੂਲੇਟ ਹੁੰਦਾ। ਇਹ ਸਿਰਫ ਇਕੱਲੇ ਕਿਸਾਨ ਦੀ ਗੱਲ ਨਹੀਂ ਹੈ, ਕਿਸਾਨ ਦੀ ਗੱਲ ਤਾਂ ਮੇਜਰਲੀ ਹੈਗੀ, ਲੇਕਿਨ ਉਹਦੇ ਨਾਲ ਇਫੈਕਟ ਜਿਹੜੀਆਂ, ਉਹਦੇ ਨਾਲ ਇਨਫੈਕਟ ਜਿਹੜੀ ਯੂਪੀ ਬਿਹਾਰ ਤੋਂ ਲੇਬਰ ਆਉਂਦੀ ਆ, ਉਹ ਲੇਬਰ ਕਿਉਂ ਆਉਂਦੀ ਆ? ਕਿਉਂਕਿ ਸਾਡੀਆਂ ਮੰਡੀਆਂ ਦੇ ਵਿੱਚ ਉਹਨਾਂ ਕੰਮ ਹੈਗਾ, ਜਿਹੜਾ ਮੰਡੀ ਦਾ ਇਨਫਰਾਸਟ੍ਰਕਚਰ ਹੈ ਜਾਂ ਸਾਡੀਆਂ ਰੂਰਲ ਜਿਹੜੀਆਂ ਰੋਡਸ ਹੈਗੀਆਂ ਲਗਭਗ 65,000 ਕਿਲੋਮੀਟਰ ਆ, ਉਹਨੂੰ ਅਪਗ੍ਰੇਡ ਕਰਨਾ, ਜਿਹੜਾ ਉਹ ਸਾਰਾ ਕੁਝ ਸਾਰਾ ਢਾਂਚਾ ਇਹਦੇ ਤੇ ਖੜਾ, ਸਾਰਾ ਇਹਦੇ ਉਹਦੇ ਵਿੱਚ ਢਾਂਚੇ 'ਚ ਖੜਾ ਆ। ਹੁਣ ਗੱਲ ਇਹ ਆਉਂਦੀ ਆ ਕਿ ਜਿਸ ਤਰ੍ਹਾਂ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ, ਜਿਸ ਤਰ੍ਹਾਂ ਉਹ ਭਾਸ਼ਣ ਦਿੰਦੇ ਆ ਜਾਂ ਜਿਸ ਤਰ੍ਹਾਂ ਐਗਰੈਸਿਵ ਗੱਲ ਕਰਦੇ ਆ ਵੀ ਇਹਦੇ ਵਿੱਚ ਕੋਈ ਫਰਕ ਨਹੀਂ ਆਊਗਾ, ਜੇ ਫਰਕ ਨਹੀਂ ਆਊਗਾ ਤੇ ਫਿਰ ਸਾਨੂੰ ਬਿੱਲ ਲਿਆਉਣ ਦੀ ਕੀ ਜ਼ਰੂਰਤ ਪੈ ਗਈ ਜੀ। ਲੇਕਿਨ ਬਹੁਤ ਬੰਦਿਆਂ ਨੇ, ਮੈਨੂੰ ਲੱਗਦਾ ਵੀ ਇਹਦੀਆਂ ਜਿਹੜੀਆਂ ਉਹਦੀਆਂ ਸ਼ਰਤਾਂ ਹੈਗੀਆਂ ਤਿੰਨੇ ਬਿੱਲਾਂ ਦੀਆਂ, ਜਦੋਂ ਉਹਨੂੰ ਆਪਾਂ ਆਪਸ ਵਿੱਚ ਕਲੱਬ ਕਰਕੇ ਦੇਖਦੇ ਹਾਂ ਤੇ ਉਹਦੇ ਵਿੱਚ ਬੇਸਿਕਲੀ ਇਹ ਪਿਓਰਲੀ ਕਾਰਪੋਰੇਟ ਸੈਕਟਰ ਨੂੰ ਫੈਸਿਲੀਟੇਟ ਕਰਨ ਵਾਲੀ ਗੱਲ ਆ ਔਰ ਕਿਸਾਨ ਦੇ ਧੌਣ ਤੇ ਗੋਡਾ ਰੱਖਣ ਵਾਲੀ ਗੱਲ ਆ। ਉਹ ਕਾਰਨ ਉਹਦੇ ਇਹ ਹੈ ਕਿ ਮੰਨ ਲਓ ਉਹਦੇ ਵਿੱਚ ਇਹੋ ਜਿਹੀਆਂ ਕਲੌਜ਼ਸ ਰੱਖੀਆਂ ਹੈਗੀਆਂ ਫਿਰ ਪਹਿਲੀ ਗੱਲ ਤਾਂ ਉਹ ਕੋਰਟ 'ਚ ਹੀ ਨਹੀਂ ਜਾ ਸਕਦਾ, ਸਿਰਫ ਐਸਡੀਐਮ ਜਾਂ ਡੀਸੀ ਤੱਕ, ਜਿਹੜਾ ਕਿ ਦਿੱਲੀ ਦਾ ਹੀ ਅਪਾਇੰਟੀ ਹੁੰਦਾ ਹੈਗਾ। ਔਰ ਉਹਦੇ ਨਾਲ ਉਹਦੇ ਵਿੱਚ ਇਹੋ ਜਿਹੀਆਂ ਕਲੌਜ਼ਸ ਵੀ ਰੱਖੀਆਂ ਕਿ ਕਿਉਂਕਿ ਪੈਸਟੀਸਾਈਡ ਵੀ ਅਸੀਂ ਉਹਨਾਂ ਕੋਲੋਂ ਹੀ ਲਵਾਂਗੇ, ਬੀ ਵੀ ਅਸੀਂ ਉਹਨਾਂ ਕੋਲੋਂ ਹੀ ਲਵਾਂਗੇ, ਉਹੀ ਸਾਨੂੰ ਦੱਸਣਗੇ ਵੀ ਇਹਨੂੰ ਇੰਨਾ ਪਾਣੀ ਲਾਉਣਾ, ਇਹ ਇਸ ਡੇਟ ਤੱਕ ਆਉਣੀ ਚਾਹੀਦੀ ਆ, ਇੱਦਾਂ ਦਾ ਕਲਰ ਹੋਣਾ ਚਾਹੀਦਾ, ਇੱਦਾਂ ਦਾ ਇਹਦਾ ਸਾਈਜ਼ ਹੋਣਾ ਚਾਹੀਦਾ। ਇਹ ਮਸ਼ੀਨ ਤੋਂ ਤਾਂ ਕਿਸੇ ਤੋਂ ਇਹ ਚੀਜ਼ਾਂ ਪੈਦਾ ਹੋ ਸਕਦੀਆਂ, ਲੇਕਿਨ ਮਿੱਟੀ 'ਚੋਂ ਪੈਦਾ ਨਹੀਂ ਹੋ ਸਕਦੀਆਂ, ਕਿਉਂਕਿ ਕਿਤੇ এনवायरमेंट ਦੀ ਗੱਲ ਹੁੰਦੀ ਆ, ਕਿਤੇ ਠੰਡ ਹੋ ਜਾਂਦੀ, ਕਿਤੇ ਗਰਮੀ ਹੋ ਜਾਂਦੀ ਆ, ਫਿਰ ਉਹਦੇ 'ਚ ਪੈਨਲਟੀ ਕਲੌਜ਼ਸ ਲੱਗੀਆਂ ਆ ਵੀ ਜੇ ਫਿਰ ਕਿਸਾਨ ਜਿਹੜਾ ਆ ਪੈਨਲਟੀ ਨਹੀਂ ਦਊਗਾ ਤੇ ਫਿਰ ਉਹਦੀ ਉਹ ਫਰਦ ਤੇ ਉੱਤੇ, ਉਹਦੀ ਜ਼ਮੀਨ ਦੀ ਜਿਹੜੀ ਫਰਦ ਆ ਉਹਦੇ ਉੱਤੇ ਜਿਹੜਾ ਇੰਦਰਾਜ ਹੋਊਗਾ, ਜਿਹਦੇ ਕਰਕੇ ਨਾ ਉਹ ਕਿਤੇ ਉਹਦੇ ਤੇ ਲੋਨ ਲੈ ਸਕੂਗਾ ਨਾ ਵੇਚ ਸਕੂਗਾ। ਤੇ ਜੇ ਮੈਂ ਇਹਨੂੰ ਦੂਸਰੇ ਲਫ਼ਜ਼ਾਂ 'ਚ ਕਹਾਂ, ਇਹ ਪਿਓਰਲੀ ਜਿਹੜਾ ਜ਼ਿਮੀਂਦਾਰ ਆ ਉਹ ਇਹਦਾ ਜ਼ਮੀਨ ਦਾ ਮਾਲਕ ਜ਼ਰੂਰ ਹੋਊਗਾ, ਲੇਕਿਨ ਐਜ਼ ਏ ਕੰਮ ਆ ਉਹਨਾਂ ਦਾ ਕੰਮ ਕਰੂਗਾ। ਇਹ ਸਾਡੇ ਸਿਰਫ ਇਕੋਨਮੀ ਤੇ ਹੀ ਡਾਕਾ ਨਹੀਂ ਹੈ, ਸਾਡੀ ਕਿਤੇ ਨਾ ਕਿਤੇ ਜ਼ਮੀਰ ਤੇ ਮਾਨਸਿਕਤਾ ਤੇ ਵੀ ਕਿਤੇ ਨਾ ਕਿਤੇ ਇਹਦਾ ਡਾਕਾ ਹੈਗਾ। ਸੋ ਇਸ ਕਰਕੇ ਅਨਫੋਰਚੂਨੇਟ ਆ, ਕਿਉਂਕਿ ਬਹੁਤ ਸਾਰੇ ਲੋਕੀ ਕਹਿੰਦੇ ਆ ਕਿ ਜੀ ਫਲਾਣੇ ਨੇ ਇੱਦਾਂ ਕਰਤਾ, ਫਲਾਣੇ ਨੇ ਇੱਦਾਂ ਕਰਤਾ। ਮੈਂ ਕਹਿੰਦਾ ਡਿਸਕਸ ਕਰ ਲਓ, ਜੇ ਡਿਸਕਸ ਕਰਕੇ ਜੇ ਉਹਦੇ 'ਚੋਂ ਚੰਗੀ ਚੀਜ਼ ਨਿਕਲਦੀ ਤਾਂ ਉਹਦੇ 'ਤੇ ਪਹਿਰਾ ਦੇ ਲਓ। ਲੇਕਿਨ ਬਦਕਿਸਮਤੀ ਇਹ ਆ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਵੀ 23 ਫਸਲਾਂ ਜਿਹੜੀਆਂ ਉਹਦੇ 'ਤੇ MSP ਹੈਗੀ ਆ, ਬਿਲਕੁਲ, ਲੇਕਿਨ ਮੱਕੀ ਜਿਹੜੀ ਆ 1835 ਰੁਪਏ MSP ਦੀ ਆ, 600-650 ਰੁਪਏ ਨੂੰ ਮਾਰਕੀਟ ਦੇ ਵਿੱਚੋਂ ਜ਼ਿਮੀਂਦਾਰ ਹੱਥ ਜੋੜ ਕੇ ਚੁਕਾ ਰਿਹਾ ਹੈਗਾ। ਕਿਉਂਕਿ ਅਸੀਂ ਕਦੀ ਲੌਂਗ ਟਰਮ ਤੇ ਸੱਚੀ ਗੱਲ ਹੈ, ਮੈਂ ਕਹਿੰਦਾ ਪੋਲੀਟੀਕਲ ਪਾਰਟੀਆਂ ਦਾ ਵੀ ਸਿਸਟਮ ਦਾ ਵੀ ਬਹੁਤ ਵੱਡਾ ਕਸੂਰ ਆ, ਕਿਉਂਕਿ ਜੇ ਕਿਤੇ ਡਿਵਰਸੀਫਿਕੇਸ਼ਨ ਕਰਨੀ ਹੋਵੇ ਤੇ ਸਾਨੂੰ ਕਿਸਾਨ ਨੂੰ ਐਜੂਕੇਟ ਕਰਨਾ ਪੈਣਾ, ਸਾਨੂੰ ਆਪਣੀ R&D ਨੂੰ ਸਟਰੋਂਗ ਕਰਨਾ ਪੈਣਾ, ਸਾਨੂੰ ਸਾਡੀ ਮਾਰਕੀਟਿੰਗ ਨੂੰ ਸਟਰੋਂਗ ਕਰਨਾ ਪੈਣਾ, ਕਿਉਂਕਿ ਜਿਹੜਾ ਕਿਸਾਨ ਆ ਉਹ ਹੋਲਡ ਨਹੀਂ ਕਰ ਸਕੂਗਾ। ਔਰ ਆਉਣ ਵਾਲੇ ਸਮੇਂ 'ਤੇ ਇਹ ਸਿਰਫ ਕਿਸਾਨ 'ਤੇ ਹੀ ਫਰਕ ਨਹੀਂ ਪੈਣਾ, ਜਿਸ ਤਰ੍ਹਾਂ ਮੈਂ ਦੱਸਿਆ ਵੀ ਇਹ ਇੱਕ ਸਰਕਲ ਹੈਗਾ ਔਰ ਉਹਦੇ ਨਾਲ ਜਿਹੜਾ ਕੰਜ਼ਿਊਮਰ ਆ, ਆਪਾਂ ਕਈ ਵਾਰੀ ਦੇਖਦੇ ਆ ਨਾ ਵੀ ਜਿਹੜਾ ਮਹਾਰਾਸ਼ਟਰ ਦਾ ਵਪਾਰੀ ਆ ਉਹਨੇ ਗੰਢਾ ਹੋਲਡ ਕਰ ਲਿਆ, ਪਿਆਜ਼ ਹੋਲਡ ਕਰ ਲਿਆ, ਅੱਛਾ ਪਿਆਜ਼ ਉਹਨੇ ਕਿਹਾ ਵੀ ਮੇਰੇ ਕੋਲ ਤਾਂ ਹੈ ਨਹੀਂ, ਮਾਰਕੀਟ 'ਚ ਰੌਲਾ ਪੈ ਗਿਆ, ਮੁੜ ਕੇ 100 ਰੁਪਏ ਕਿਲੋ ਹੋ ਗਿਆ, ਹਰ ਸਾਲ ਹੁੰਦਾ, ਇਸੇ ਤਰ੍ਹਾਂ ਹੀ ਜਦੋਂ ਇਹਦੇ ਵਿੱਚ ਮਾਰਕੀਟਿੰਗ ਹੋ ਜਾਊਗੀ, ਇਹ 2-3 ਸੀਜ਼ਨ ਤਾਂ ਇਹ ਜ਼ਰੂਰ ਇਹ ਕਰਨਗੇ ਜ਼ਰੂਰ, ਬਟ ਐਟ ਦਾ ਸੇਮ ਟਾਈਮ ਇਹ ਕਿਸਾਨੀ ਲਈ ਔਰ ਖਾਸ ਕਰਕੇ ਪੰਜਾਬ ਹਰਿਆਣੇ ਲਈ ਇਹ ਬਹੁਤ ਵੱਡਾ ਨੁਕਸਾਨਦਾਇਕ, ਕਿਉਂਕਿ ਸਾਡਾ ਐਗਰੇਰੀਅਨ ਸਟੇਟ ਆ। ਇਹਦੇ ਤੋਂ ਇਲਾਵਾ ਸਾਨੂੰ ਕੋਈ ਬਹੁਤ ਲੰਮਾ ਚੌੜਾ ਆਉਂਦਾ ਨਹੀਂ ਹੈ। ਇੰਡਸਟਰੀ ਸਾਡੀ ਹੌਲੀ ਹੌਲੀ ਉਹਨਾਂ ਸੂਬਿਆਂ 'ਚ ਜਾ ਰਹੀ ਆ ਜਿਹੜੇ ਬੰਦਰਗਾਹ ਦੇ ਨੇੜੇ ਹੈਗੇ ਆ ਜਾਂ ਸਬਸਿਡਾਈਜ਼ਡ ਨੇ, ਜਾਂ ਜਿਹੜਾ ਸਬਸਿਡਾਈਜ਼ ਹੈਗੀਆਂ। ਸਾਡੀਆਂ ਹੋਰ ਵੀ ਬਹੁਤ ਪ੍ਰੋਬਲਮਸ ਹੈਗੀਆਂ, ਕਿਉਂਕਿ ਕਰਪਸ਼ਨ ਹੈ, ਕਿਉਂਕਿ ਪੋਲੀਟੀਕਲ ਸਿਸਟਮ ਵੀ ਕਰਪਟ ਹੋ ਗਿਆ, ਬਾਬੂਗਿਰੀ ਵੀ ਬੜੀ ਕਰਪਟ ਹੋ ਗਈ। ਅਸੀਂ ਕਹਿ ਦਿੰਦੇ ਹਾਂ ਵੀ ਇਹ ਸਿੰਗਲ ਡੋਰ ਸਿਸਟਮ ਆ, ਪਰ ਹੈ ਨਹੀਂ ਗਾ। ਸੋ ਇਸ ਕਰਕੇ ਜਿਹੜਾ ਵਪਾਰੀ ਆ ਉਹ ਕਿਤੇ ਨਾ ਕਿਤੇ ਦੂਰ ਜਾਣ ਦੀ ਕੋਸ਼ਿਸ਼ ਕਰਦਾ, ਬਟ ਜਿਹੜੀ ਚੀਜ਼ ਸਾਡੇ ਕੋਲ ਹੈਗੀ ਆ ਉਹਦੇ 'ਤੇ ਅਸੀਂ ਉਹਦਾ ਵਪਾਰੀਕਰਨ ਦੇ ਸਿਰਫ ਨਾਂ ਲੈਣ ਕਰਕੇ ਸਿਰਫ ਅਸੀਂ ਜਿਹੜੇ ਵਪਾਰੀ ਹੈਗੇ ਆ ਉਹਨਾਂ ਨੂੰ ਅਸੀਂ ਫੈਸਿਲੀਟੇਟ ਕਰਨਾ ਚਾਹੁੰਦੇ ਹਾਂ। ਔਰ ਜਿਹੜੀ ਮੋਦੀ ਸਰਕਾਰ ਹੈ ਨਾ, ਇਹਨਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਪਿੱਛੇ ਸੀਕੁਐਂਸ ਨੂੰ ਜੋੜ ਕੇ ਦੇਖ ਲਈਏ, ਚਾਹੇ ਉਹ GST ਆ, ਅੱਜ ਸਟੇਟਾਂ ਮੰਗਣ 'ਤੇ ਲਾਤੀਆਂ ਨੇ ਲੋਕਾਂ ਨੇ, ਸਟੇਟਾਂ ਵਰਚੁਅਲੀ ਮੰਗਣ 'ਤੇ ਲਾਤੀਆਂ। ਜਿਹੜੀ ਡੀਮੋਨੇਟਾਈਜੇਸ਼ਨ ਹੋ ਗਈ,
ਰਾਤ ਨੂੰ ਆਪਾਂ ਕਹਿ ਦੇਣਾ ਵੀ ਹਾਂ ਵੀ ਅੱਜ ਤੋਂ ਡੀਮੋਨੇਟਾਈਜੇਸ਼ਨ ਆ। ਸਾਡੇ ਕੋਲ ਸਿਰਫ 20 ਕਰੋੜ ਜਿਹੜੇ ਖਾਤਾ ਧਾਰਕ ਹੈਗੇ ਆ ਬੈਂਕਿੰਗ ਸਿਸਟਮ ਦੇ ਵਿੱਚ। 130 ਕਰੋੜ ਦਾ ਦੇਸ਼ ਹੈ, 110 ਕਰੋੜ ਨੂੰ ਆਪਾਂ ਫੈਸਿਲਿਟੀ ਆਪਾਂ ਕਹਿੰਦੇ ਆ ਵੀ ਪਲਾਸਟਿਕ ਮਨੀ ਦੇਣੀ ਆ, ਉਹਨਾਂ ਦਾ ਖਾਤਾ ਵੀ ਹੈ ਨਹੀਂਗਾ। ਉਹਦੇ ਤੋਂ ਬਾਅਦ ਜੋ ਕੋਵਿਡ ਦੇ ਵਿੱਚ ਹੋਇਆ ਜੀ, ਜੋ ਕਰੋਨਾ ਦੇ ਵਿੱਚ ਹੋਇਆ, ਜੋ ਸਾਡਾ ਹੈਲਥ ਸਿਸਟਮ ਸਾਡੇ ਸਾਹਮਣੇ ਆਇਆ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਰਾਤ ਨੂੰ ਕਹਿ ਦੇਣਾ ਵੀ ਅੱਜ ਬੰਦ ਕਰਤਾ। ਦੇਖੋ ਸਾਡੇ ਮੰਨ ਲਓ ਜੇ 5 ਤੋਂ 7% ਲੋਕਾਂ ਦੀ ਮੂਵਮੈਂਟ ਵੀ ਹੁੰਦੀ ਆ, 130 ਕਰੋੜ ਦਾ ਮਤਲਬ ਇਹ ਆ ਵੀ 8-10 ਕਰੋੜ ਬੰਦੇ ਨੇ ਮੂਵ ਕਰਨਾ। ਤੇ ਜਿੱਥੇ ਅਸੀਂ ਇਹ ਕਹਿ ਦੇਣਾ ਵੀ ਅੱਜ ਤੋਂ ਸਾਰਾ ਕੁਝ ਬੰਦ, ਉੱਥੇ ਦੇਸ਼ ਦੀ ਇਕਨੋਮੀ ਦਾ ਭੱਠਾ ਬਿਠਾਇਆ ਜੀ, -24% ਤੇ GDP ਜਿਹੜੀ ਆ ਉਹ ਚਲੇ ਗਈ। ਸੋ ਇਸ ਕਰਕੇ ਕਿਉਂਕਿ ਵੈਸੇ ਤਾਂ ਪ੍ਰਾਈਮ ਮਿਨਿਸਟਰ ਆਫਿਸ ਦੀ ਮਰਿਆਦਾ ਹੁੰਦੀ ਆ ਤੇ ਪ੍ਰਾਈਮ ਮਿਨਿਸਟਰ ਦਾ ਕਿਹਾ ਆ ਉਹਦੇ ਤੇ ਯਕੀਨ ਵੀ ਕਰਨਾ ਚਾਹੀਦਾ, ਪਰ ਜਦੋਂ ਅਸੀਂ ਸੀਕੁਐਂਸ ਨੂੰ ਪਿੱਛੋਂ ਜੋੜ ਕੇ ਦੇਖਦੇ ਹਾਂ ਤੇ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਨਜ਼ਰ ਆਉਂਦੀ। ਔਰ ਮੈਨੂੰ ਲੱਗਦਾ ਵੀ ਇਸ ਮੁੱਦੇ ਤੇ ਸਾਨੂੰ ਕਦੀ ਵੀ ਜਿਹੜਾ ਆ ਯਕੀਨ ਨਹੀਂ ਕਰਨਾ ਚਾਹੀਦਾ। ਇਹਦੇ ਨਾਲ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਉਹ ਨੁਕਸਾਨ ਦਾ ਜਿਹੜਾ ਹਿੱਸਾ ਉਹ ਬਣ ਜਾ ਰਿਹਾ। ਪ੍ਰਗਟ ਜੀ, ਜਿਵੇਂ ਤੁਸੀਂ ਪੋਲੀਟੀਸ਼ੀਅਨ ਹੋ, ਪੰਜਾਬ ਦੇ ਵਿੱਚ ਹੁਣ ਤੱਕ ਇਹ ਰਿਹਾ ਸੀ ਕਿ ਬੇਰੁਜ਼ਗਾਰੀ ਹੈ, ਕਿਸਾਨ ਖੁਦਕੁਸ਼ੀਆਂ ਨੇ ਜਾਂ ਛੋਟੇ ਮੋਟੇ ਮੁੱਦੇ ਹੋਰ ਸੀ। ਤਾਂ ਪਿਛਲੀ ਵਾਰ 2015 'ਚ ਬੇਅਦਬੀ ਦਾ ਮੁੱਦਾ ਆਇਆ, ਗੋਲੀ ਕਾਂਡ ਦਾ ਮੁੱਦਾ ਆਇਆ। ਉਹ ਮੁੱਦਾ ਇੱਕ ਬੜਾ ਵੱਡਾ ਮੁੱਦਾ ਬਣ ਕੇ ਉੱਭਰਿਆ ਜਿਸ ਨੇ ਸੱਤਾ ਪਲਟ ਦਿੱਤੀ ਪੰਜਾਬ ਦੀ। ਚਲੋ ਫਿਰ ਉਹ ਪੰਜਾਬ ਤੱਕ ਕੇਂਦਰਿਤ ਸੀ ਜਾਂ ਇੱਕ ਵੱਡੇ ਪੰਜਾਬ ਦੇ ਵੱਡੀ ਧਾਰਮਿਕ ਬਹੁਗਿਣਤੀ ਦੇ ਜਿਹੜਾ ਹੈਗਾ ਉਹਨਾਂ ਦੀ ਭਾਵਨਾਵਾਂ ਨਾਲ ਸੰਬੰਧਿਤ ਸੀ। ਇਹ ਮੁੱਦਾ ਸਮੁੱਚੇ ਤੌਰ ਦੇ ਉੱਤੇ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ, ਪੂਰੀ ਕਿਸਾਨੀ ਨੂੰ ਪ੍ਰਭਾਵਿਤ ਕਰ ਰਿਹਾ। ਪੰਜਾਬ ਦੇ ਕੀ ਸਾਰੇ ਤੁਸੀਂ ਵੀ ਪੋਲੀਟੀਸ਼ੀਅਨ ਹੋ, ਪੋਲੀਟੀਸ਼ੀਅਨਾਂ ਬਾਰੇ ਅਕਸਰ ਇੱਕ ਰਾਏ ਬਣੀ ਹੋਈ ਹੈ ਕਿ ਪੋਲੀਟੀਸ਼ੀਅਨ ਜਾਂ ਤਾਂ ਚੋਣਾਂ ਵੇਲੇ ਜਾਗਦੇ ਨੇ ਜਾਂ ਜਦੋਂ ਨਿੱਜੀ ਤੌਰ ਦੇ ਉੱਤੇ ਉਹਨਾਂ ਨੂੰ ਕੋਈ ਲੋੜ ਹੁੰਦੀ ਆ ਉਦੋਂ ਜਾਗਦੇ ਨੇ। ਪਰ ਹੁਣ ਨਹੀਂ ਲੱਗਦਾ ਕਿ ਜਿਵੇਂ SYL ਇੱਕ ਸਤਲੁਜ ਯਮਨਾ ਲਿੰਕ ਨਹਿਰ ਦਾ ਮੁੱਦਾ ਆਇਆ ਸੀ ਅੱਜ ਤੋਂ 3-4 ਦਹਾਕੇ ਪਹਿਲਾਂ, ਜਿਸ ਨੇ ਫਿਰ ਪੰਜਾਬ ਦੇ 20-25 ਸਾਲ ਖਾ ਲਏ, ਖਾੜਕੂਵਾਦ ਸ਼ੁਰੂ ਹੋਇਆ। ਹੁਣ ਲਗਭਗ ਉਸੇ ਤਰ੍ਹਾਂ ਦਾ ਮੁੱਦਾ ਹੈ, ਖੇਤੀ ਆਰਡੀਨੈਂਸ ਲਗਭਗ ਆਏ ਨੇ ਜਿਹੜੇ ਪੰਜਾਬ ਮਾਰੂ ਨਹੀਂ ਹੈਗੇ, ਸਮੁੱਚੀ ਕਿਸਾਨੀ ਮਾਰੂ ਮੰਨੇ ਜਾਂਦੇ ਨੇ। ਜਿਵੇਂ ਤੁਸੀਂ ਵੀ ਤਰਕ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਅਸਲ ਸਮਾਂ ਆ ਗਿਆ, ਚਾਹੇ ਵੋਟਾਂ ਨੂੰ 1.5-2 ਸਾਲ ਪਏ ਨੇ, ਕਿ ਹੁਣ ਪੋਲੀਟੀਸ਼ੀਅਨਾਂ ਨੂੰ ਜਾਗਣਾ ਪੈਣਾ, ਹੁਣ ਪਾਰਟੀ ਪੱਧਰ ਤੋਂ ਵੀ ਉੱਪਰ ਉੱਠਣਾ ਪੈਣਾ। ਹੁਣ ਆਪਸ ਦੀਆਂ ਜਿਹੜੀਆਂ ਨੇ ਕਿਲੇ ਸ਼ੁਕਵੇ ਉਹਨਾਂ ਨੂੰ ਥੱਲੇ ਰੱਖ ਕੇ ਇੱਕ ਵੱਡਾ ਫਰੰਟ ਬਣਾ ਕੇ ਦੋਵੇਂ ਤਰ੍ਹਾਂ ਦੀ ਲੜਾਈ, ਲੋਕਤੰਤਰਿਕ ਲੜਾਈ, ਪੰਜਾਬ ਦੀ ਜਿਹੜੀ ਅਗਲੀ ਸਰਕਾਰ ਬਣਾਉਣੀ ਆ ਉਹ ਇਸ ਤਰ੍ਹਾਂ ਦੀ ਬਣੇ ਜਿਹੜੀ ਡਟ ਕੇ ਲੜ ਸਕੇ। ਤੇ ਦੂਜਾ ਜਿਹੜਾ ਮੈਂ ਫੇਰ ਕਹਿ ਰਿਹਾ ਕਿ ਲੱਗਦਾ ਨਹੀਂ ਕਿ ਹੁਣ ਅਸਲ ਰੂਪ 'ਚ ਜਾਗਣ ਦਾ ਸਮਾਂ ਪੋਲੀਟੀਸ਼ੀਅਨਸ ਵਾਸਤੇ ਹੈ, ਨਹੀਂ ਤਾਂ ਅਗਲੀ ਪੀੜ੍ਹੀਆਂ ਅੱਜ ਦੇ ਪੋਲੀਟੀਸ਼ੀਅਨ ਜਿਸ 'ਚ ਤੁਸੀਂ ਵੀ ਸ਼ਾਮਲ ਹੋ, ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਨੇ, ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਨੇ, ਪ੍ਰਤਾਪ ਸਿੰਘ ਬਾਜਵਾ ਉਹਨੀ ਚਲੋ ਰਾਜ ਸਭਾ ਦੇ ਵਿੱਚ ਬੋਲਦੇ ਨੇ, ਆਪਣੀ ਭੂਮਿਕਾ ਅਦਾ ਕਰ ਰਹੇ ਨੇ, ਸੁਖਦੇਵ ਸਿੰਘ ਢੀਂਡਸਾ ਸ਼ਾਮਲ ਨੇ, ਸਾਰੇ ਹੀ ਸ਼ਾਮਲ ਨੇ। ਮੈਂ ਇਹਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਵੀ ਗਿਣਦਾ, ਉਹ ਵੀ ਸ਼ਾਮਲ ਨੇ। ਜੇ ਉਹਨਾਂ ਨੇ ਚਾਹੇ ਕਿਸੇ ਰਾਜਨੀਤੀ ਕਾਰਨ ਕਰਕੇ ਆਪਣੀ ਵਜ਼ੀਰੀ ਛੱਡੀ ਹੈ, ਪਰ ਕੰਟਰੀਬਿਊਟ ਜ਼ਰੂਰ ਕੀਤਾ ਉਹਨਾਂ ਨੇ ਮੁੱਦੇ ਦੇ ਵਿੱਚ, ਸਹੀ ਸਮੇਂ ਦੇ ਉੱਤੇ ਜੋ ਵੀ ਕੀਤਾ, ਸਟੈਪ ਚੁੱਕਿਆ, ਪਰ ਉਸ ਪਾਸੇ ਵੱਲ ਚੁੱਕਿਆ। ਜਿਸ ਤਰ੍ਹਾਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਣੀ ਕੇਂਦਰ ਦੀ ਵਜ਼ਾਰਤ ਛੱਡ ਕੇ ਆਏ ਸੀ ਆਪਰੇਸ਼ਨ ਬਲੂ ਸਟਾਰ ਵੇਲੇ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਹੁਣ ਜਿਹੜੇ ਅੱਜ ਦੇ ਪੋਲੀਟੀਸ਼ੀਅਨ ਨੂੰ ਕਿਸ ਤਰ੍ਹਾਂ ਹੁੰਗਾਰਾ ਭਰਨਾ ਚਾਹੀਦਾ, ਕਿਸ ਤਰ੍ਹਾਂ ਉੱਠ ਕੇ ਖੜਨਾ ਚਾਹੀਦਾ ਹੈ? ਦੇਖੋ, ਮੈਂ ਪਹਿਲੀ ਗੱਲ ਤਾਂ ਨੀਲ ਜੀ, ਮੈਂ ਹਜੇ ਵੀ ਪੋਲੀਟੀਸ਼ੀਅਨ ਨਹੀਂ ਬਣਿਆ ਜੀ। ਉਹਦਾ ਕਾਰਨ ਇਹ ਹੈ ਕਿ ਮੈਂ ਜਿਹੜੀ ਵਰਤਮਾਨ ਸਰਕਾਰ ਹੁੰਦੀ ਆ ਉਹਦੇ ਅਗੇਂਸਟ, ਕਿਉਂਕਿ ਵਰਤਮਾਨ 'ਚ ਹੀ ਕੁਝ ਕੀਤਾ ਜਾ ਸਕਦਾ। ਮੈਂ ਵੀ ਇਹੀ ਕਹਿ ਰਿਹਾ, ਵਰਤਮਾਨ ਹੀ ਹੈ, ਕਿਉਂਕਿ ਬੀਤੇ ਸਮੇਂ ਤੋਂ ਤੁਸੀਂ ਸਿੱਖ ਸਕਦੇ, ਆਉਣ ਵਾਲੇ ਸਮੇਂ ਦੀ ਕਾਮਨਾ ਕਰ ਸਕਦੇ। SYL ਦਾ ਇਸ਼ੂ ਸੀਗਾ, ਉਹਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ, ਲੇਕਿਨ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਕਦੀ ਬਣਨੇ ਨਹੀਂ ਚਾਹੀਦੇ। ਜੋਸ਼ ਤੇ ਹੋਸ਼ ਦਾ ਸੁਮੇਲ, ਸਾਡਾ ਕੰਮ ਵੀ ਹੋ ਜਾਵੇ ਲੇਕਿਨ ਅਸੀਂ ਜੋਸ਼ ਦੇ ਵਿੱਚ ਰਹੀਏ। ਦੁਨੀਆ ਦੇ ਵਿੱਚ ਜਦੋਂ ਵੀ ਇੱਦਾਂ ਦੀਆਂ ਸਿਚੁਏਸ਼ਨਸ ਕ੍ਰੀਏਟ ਹੁੰਦੀਆਂ, ਉਹਦੇ ਵਿੱਚ ਘਾਣ ਤਾਂ ਜਿਹੜਾ ਆ ਉਸ ਦੇਸ਼ ਦਾ ਜਾਂ ਉਸ ਸੂਬੇ ਦੇ ਸਿਸਟਮ ਦਾ ਹੁੰਦਾ। ਉਹਦੇ ਵਿੱਚ ਪਤਾ ਨਹੀਂ ਕਿਹੜੇ ਬੰਦੇ ਨੇ, ਕਿਉਂਕਿ ਅਲਟੀਮੇਟਲੀ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਦੇ ਕੇ ਕੀ ਜਾਣਾ। ਅਸੀਂ ਉਸ ਲੈਵਲ ਤੱਕ ਲੜੀਏ ਜਿੱਥੇ ਉਹਨਾਂ ਨੂੰ ਕਨਵਿੰਸ ਕਰਾ ਸਕੀਏ। ਵੈਸੇ ਤਾਂ ਡੈਮੋਕ੍ਰੇਸੀ ਜਿਹੜੀ ਉਹ ਡਿਸਕਸ਼ਨ ਆ, ਪਰ ਅਨਫੋਰਚੂਨੇਟਲੀ ਸਾਡੇ ਸਿਸਟਮ ਦੇ ਵਿੱਚੋਂ ਡਿਸਕਸ਼ਨ ਮੁੱਕ ਗਈ। ਉਹ ਪੋਲੀਟੀਕਲ ਪਾਰਟੀਆਂ ਦੇ ਅੰਦਰ ਵੀ ਮੁੱਕ ਗਈ ਤੇ ਜਦੋਂ ਸਰਕਾਰਾਂ ਬਣਦੀਆਂ ਉਹਦੇ ਵਿੱਚ ਵੀ ਮੁੱਕ ਗਈ। ਉਹਦਾ ਕਾਰਨ ਇਹ ਹੈ ਕਿ ਇੱਕ ਪਾਵਰ
ਇੱਕ ਕੋਰੀਡੋਰ ਬਣ ਜਾਂਦੀ ਆ ਔਰ ਉਹਦੇ ਵਿੱਚ 5-7 ਲੋਕ ਇਹੋ ਜਿਹੇ ਇਕੱਠੇ ਹੋ ਜਾਂਦੇ ਆ ਜਿਹੜੇ ਆਮ ਬੰਦੇ ਨੂੰ ਜਾਂ ਆਮ ਜਿਹੜਾ ਕੋਈ ਗੱਲ ਚੰਗੀ ਕਰਨ ਵਾਲਾ ਉਹਨੂੰ ਰਿਬੇਲੀਅਨ ਦਾ ਨਾਂ ਦੇਣ ਲੱਗ ਪੈਂਦੇ ਆ ਜਾਂ ਇਹ ਕਹਿਣ ਲੱਗ ਪੈਂਦੇ ਵੀ ਇਹ ਤਾਂ ਤੁਹਾਡੇ ਅਗੇਂਸਟ ਹੈ, ਜਦ ਕਿ ਅਗੇਂਸਟ ਨਹੀਂ ਹੈ। ਮੈਨੂੰ ਐ ਲੱਗਦਾ ਕਿਉਂਕਿ ਮੈਂ ਜਿਸ ਫੀਲਡ ਤੋਂ ਸਪੋਰਟਸ ਦੀ ਵਿੱਚੋਂ ਆਇਆ ਉਹਦੇ ਵਿੱਚ ਡਿਸਕਸ਼ਨ ਜਿਹੜੀ ਆ ਉਹ ਬੜੀ ਹੈਵੀਲੀ ਹੁੰਦੀ ਹੈ। ਇਸ ਕਰਕੇ ਹੁੰਦੀ ਆ ਵੀ ਭਾਈ ਜੇ ਸਾਡਾ ਲੈਫਟ ਹਾਫ ਵੀ ਮਾੜਾ, ਜੇ ਕਿਤੇ ਉੱਥੋਂ ਦੀ ਵੀ ਗਲਤੀ ਹੋਈ ਗਈ ਤੇ ਉਹਨੇ ਟੀਮ ਜਿਹੜੀ ਹਰਾ ਕੇ ਬਹਿ ਜਾਣਾ। ਪਰ ਅਨਫੋਰਚੂਨੇਟਲੀ ਸਾਡੇ ਇਸ ਸਿਸਟਮ ਦੇ ਵਿੱਚ ਡਿਸਕਸ਼ਨ ਜਿਹੜੀ ਹੋਣੋਂ ਹਟ ਗਈ। ਮੈਂ ਕਹਿੰਦਾ ਬੈਸਟ ਬ੍ਰੇਨਸ ਲੈ ਕੇ ਆਓ, ਮੈਂ ਕਹਿੰਦਾ ਬੈਸਟ ਬ੍ਰੇਨਸ ਹਾਇਰ ਕਰੋ, ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਇੰਟੈਲੀਜੈਂਸੀਆ ਹੈਗਾ ਉਹ ਹੀ ਅਲਟੀਮੇਟਲੀ ਪ੍ਰਵੇਲ ਪਾਉਣ ਕਰਦਾ ਹੈਗਾ, ਚਾਹੇ ਉਹ ਕਿਸੇ ਵੀ ਫੀਲਡ ਦਾ ਹੋਵੇ, ਕਿਸੇ ਵੀ ਲੈਵਲ ਦਾ ਹੋਵੇ। ਸੋ ਇਸ ਕਰਕੇ ਸਾਨੂੰ ਕਦੀ ਵੀ ਮੈਨੂੰ ਲੱਗਦਾ ਉਹ ਮਾਈਂਡ ਕਲੋਜ਼ ਨਹੀਂ ਕਰਨਾ ਚਾਹੀਦਾ ਜਿਹਦੇ ਵਿੱਚ ਸਾਨੂੰ ਇਹ ਲੱਗੇ ਵੀ ਹਾਂ ਵੀ ਆਹ ਜਾਂ ਚੰਗੀ ਚੀਜ਼ ਹੈਗੀ ਹੈ ਇਹਦੇ ਤੇ ਅਸੀਂ ਪਹਿਰਾ ਦੇ ਲਈਏ ਜੀ। ਲੇਕਿਨ ਬਦਕਿਸਮਤੀ ਇਹ ਆ ਕਿ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਬਿਊਰੋਕਰੈਟ ਤੇ ਪੋਲੀਟੀਸ਼ੀਅਨ ਅਸੀਂ ਰਲ ਕੇ ਅਸੀਂ ਇਹ ਸਮਝਣ ਲੱਗ ਪਏ ਵੀ ਅਸੀਂ ਓਨਰ ਹੈ, ਅਸੀਂ ਕਸਟੋਡੀਅਨ ਨਹੀਂ ਆ, ਜਦ ਕਿ ਅਸੀਂ ਹੈਗੇ ਕਸਟੋਡੀਅਨ ਆ। ਸਾਨੂੰ ਜਿੱਥੋਂ ਵੀ ਬੈਸਟ ਇਨਪੁਟ ਮਿਲਦੀ ਆ ਸਾਨੂੰ ਲੈਣੀ ਚਾਹੀਦੀ ਆ, ਲੈ ਕੇ ਉਹਦੇ ਤੇ ਜਿਹੜਾ ਆ ਉਹ ਪਹਿਰਾ ਦੇਣਾ ਚਾਹੀਦਾ। ਔਰ ਇਹ ਜਿਹੜੀਆਂ ਚੀਜ਼ਾਂ ਆ ਕੌਨਸਟੈਂਟਲੀ ਹੋਣੀਆਂ ਚਾਹੀਦੀਆਂ। ਇਹ ਨਹੀਂ ਹੈ ਵੀ ਜਦੋਂ ਕਿਤੇ ਇਹੋ ਜਿਹਾ ਇਸ਼ੂ ਖੜਾ ਹੋਇਆ ਤੇ ਉਦੋਂ ਰੌਲਾ ਪਾ ਕੇ ਬਹਿ ਗਏ। ਇਹ ਚੀਜ਼ਾਂ ਆ ਇਸ ਸਿਸਟਮ ਦਾ ਹਿੱਸਾ ਹੋਣੀਆਂ ਚਾਹੀਦੀਆਂ। ਲੌਂਗ ਟਰਮ ਤੇ ਸ਼ਾਰਟ ਟਰਮ ਜਿਹੜੀ ਪਲੈਨਿੰਗ ਆ ਹਰ ਮਿਨਿਸਟਰੀ ਦੇ ਵਿੱਚ ਹੋਣੀ ਚਾਹੀਦੀ ਆ, ਹਰ ਲੈਵਲ ਤੇ ਹੋਣੀ ਚਾਹੀਦੀ ਆ ਵੀ ਤਾਂ ਕਿ ਅਸੀਂ ਸ਼ਾਰਟ ਟਰਮ ਤੇ ਕਰਨਾ ਕੀ ਆ, ਅਸੀਂ ਲੌਂਗ ਟਰਮ ਕਿੱਧਰ ਨੂੰ ਜਾਣਾ, ਇਹ ਸਾਰੀਆਂ ਗਵਰਨਮੈਂਟ ਦੇ ਸਿਸਟਮ ਦੇ ਵਿੱਚ ਹੋਣੀਆਂ ਚਾਹੀਦੀਆਂ, ਜਿਹੜੀਆਂ ਕਿ ਮੈਨੂੰ ਲੱਗਦਾ ਦੁਨੀਆ ਦੇ ਉੱਤੇ ਹੈਗੀਆਂ ਪਰ ਸਾਡੇ ਸਿਸਟਮ ਦੇ ਵਿੱਚੋਂ ਮਿਸਿੰਗ ਹੈ। ਪਰ ਸਾਲ 2017 ਦੇ ਵਿੱਚ ਆਮ ਆਦਮੀ ਪਾਰਟੀ ਖਾਸ ਕਰ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਸੁਪਨੇ ਵੇਚੇ ਤੇ ਪੰਜਾਬੀਆਂ ਨੂੰ ਲੁੱਟਿਆ ਤੇ ਪੰਜਾਬੀਆਂ ਨੇ ਧੋਖਾ ਖਾਧਾ। ਕੀ ਐਸਾ ਹੋਵੇ ਕਿ 2022 ਦੇ ਵਿੱਚ ਪੰਜਾਬੀਆਂ ਨੂੰ ਸੁਪਨੇ ਨਾ ਵੇਚੇ ਜਾਣ, ਕੋਈ ਉਹ ਲੋਕ ਅੱਗੇ ਆਉਣ? ਜਿਸ ਤਰ੍ਹਾਂ ਮੈਂ ਵਾਰ-ਵਾਰ ਇਸ਼ਾਰਾ ਕਰ ਰਿਹਾ, ਅੱਜ ਨਵਜੋਤ ਸਿੰਘ ਸਿੱਧੂ ਦੀ ਚੁੱਪ ਦੇ ਉੱਤੇ ਸਵਾਲ ਉੱਠ ਰਹੇ ਨੇ। ਲੋਕ ਕਹਿੰਦੇ ਨੇ ਇਹ ਬੰਦਾ ਚੁੱਪ ਕਿਉਂ ਹੈ, ਪੰਜਾਬੀ ਇਹਦਾ ਡਾਇਲੌਗ ਸੁਣਨਾ ਚਾਹੁੰਦੇ ਨੇ, ਇਹਦੀ ਅਗਵਾਈ ਚਾਹੁੰਦੇ ਨੇ। ਤੁਹਾਡੇ ਬਾਰੇ ਵੀ ਕਿਹਾ ਜਾਂਦਾ ਪਰ ਤੁਸੀਂ ਗਾਹੇ ਬਗਾਹੇ ਆਪਣੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਦੇ ਹੋ, ਰੋਸ ਜ਼ਾਹਰ ਕਰਦੇ ਹੋ। ਉਹ ਤੇ ਇਸੇ ਤਰ੍ਹਾਂ ਦੂਜੇ ਫਰੰਟ ਬਣਦੇ ਨੇ, ਖਹਿਰਾ ਦੀ ਗੱਲ ਕਰ ਲਓ ਜਾਂ ਦੂਜੇ ਪਾਸਿਓਂ ਢੀਂਡਸਾ ਸਾਹਿਬ ਆਉਂਦੇ ਨੇ, ਉਹਨਾਂ ਦੀ ਗੱਲ ਕਰ ਲਓ। ਵਿਦਿਨ ਕਾਂਗਰਸ ਤੁਹਾਡੀ ਪਾਰਟੀ ਦੇ ਵਿੱਚ ਵੀ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ ਡਟ ਕੇ ਬੋਲਦੇ ਨੇ, ਹਰ ਮੁੱਦੇ ਤੇ ਬੋਲਦੇ ਨੇ, ਸ਼ਰਾਬ ਦੇ ਮੁੱਦੇ ਤੇ ਬੋਲਦੇ ਨੇ, ਆਪਣੀ ਸਰਕਾਰ ਦੀ ਨੁਕਤਾਚੀਨੀ ਕਰ ਰਹੇ ਨੇ। ਇਹ ਲੋਕ ਜੋ ਬੋਲਦੇ ਨੇ, ਇਹ ਲੱਗਦਾ ਹੈ ਕਿ ਇਹ ਲੋਕ ਪੰਜਾਬੀਆਂ ਨੂੰ 2022 'ਚ ਕੋਈ ਉਮੀਦ ਦੇ ਸਕਣਗੇ, ਦੁਬਾਰਾ ਪੰਜਾਬੀ ਧੋਖਾ ਨਾ ਖਾ ਜਾਣ? ਕਿਉਂਕਿ ਇਸ ਵਾਰ ਪੰਜਾਬੀ ਧੋਖਾ ਖਾ ਗਿਆ 2022 ਦੇ ਵਿੱਚ, ਤਾਂ ਪੰਜਾਬੀ ਮਾਯੂਸ ਬਹੁਤ ਬੁਰੀ ਤਰ੍ਹਾਂ ਹੋ ਜਾਏਗਾ। ਦੇਖੋ, ਮੈਂ ਹਮੇਸ਼ਾ ਹੀ ਸਾਡੇ ਹੁੰਦਾ ਕੀ ਆ, ਸਾਡੇ ਬੇਸਿਕਲੀ ਅਸੀਂ ਹਰ ਬੰਦਾ ਇਹ ਕਹਿੰਦਾ ਵੀ ਅਸੀਂ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਹਾਂ, ਪਰ ਟੀਮ ਕੋਈ ਨਹੀਂ ਬਣਾਉਣਾ ਚਾਹੁੰਦਾ। ਬਿਲਕੁਲ। ਲੇਕਿਨ ਜਿੰਨਾ ਚਿਰ ਟੀਮ ਨਹੀਂ ਬਣਦੀ, ਮੈਂ ਤਾਂ ਟੀਮ ਦਾ ਖਿਡਾਰੀ ਹਾਂ, ਜਿੰਨਾ ਚਿਰ ਟੀਮ ਨਹੀਂ ਬਣਦੀ, ਕਿਉਂਕਿ ਕੋਈ ਵੀ ਜਿਹੜਾ ਚੀਫ ਮਿਨਿਸਟਰ ਬਣਦਾ ਉਹ ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੈਗਾ, ਅਨਲੈਸ ਅਦਰਵਾਈਜ਼ ਉਹਦੇ ਕੋਲ ਚੰਗੀ ਟੀਮ ਨਹੀਂ ਹੈ। ਅਸੀਂ ਕਈ ਵਾਰੀ ਕਹਿੰਦੇ ਆ ਕਿ ਲਓ ਮੈਨੂੰ ਬਣਾ ਕੇ ਦੇਖੋ, ਮੈਂ ਦੇਖੋ ਫਿਰ ਕੀ ਕਰਦਾ। ਲੇਕਿਨ ਇਹ ਬਦਕਿਸਮਤੀ ਆ, ਸਾਡੀ ਸੋਚ ਦੀ ਬਦਕਿਸਮਤੀ ਆ। ਕਿਉਂਕਿ ਸਮੇਂ-ਸਮੇਂ ਤੇ ਜਦੋਂ ਵੀ ਇਦਾਂ ਦੇ ਹਾਲਾਤ ਪੈਦਾ ਹੋਏ, ਈਵਨ ਕਿ ਗਿਆਨੀ ਜੈਲ ਸਿੰਘ ਜੀ ਤੇ ਸਰਦਾਰ ਦਰਬਾਰਾ ਸਿੰਘ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਟੌੜਾ ਸਾਹਿਬ, ਤਲਵੰਡੀ ਸਾਹਿਬ, ਬਰਨਾਲਾ ਜੀ, ਇਹ ਬੇਸਿਕਲੀ ਪੰਜਾਬੀਆਂ ਨੇ ਇੱਕ ਦੂਸਰੇ ਦੀਆਂ ਲੱਤਾਂ ਖਿੱਚਦਿਆਂ ਪੰਜਾਬ ਦਾ ਘਾਣ ਕਰ ਦਿੱਤਾ ਜੀ। ਲੇਕਿਨ ਇਹ ਸਾਨੂੰ ਸੋਚ ਬਦਲਣੀ ਪੈਣੀ ਆ ਜੇ ਅਸੀਂ ਪੰਜਾਬ ਨੂੰ ਰਿਐਲਿਟੀ ਦੇ ਵਿੱਚ ਠੀਕ ਕਰਨਾ। ਕੋਈ 10-15 ਬੰਦਿਆਂ ਦਾ ਚੰਗਾ ਸਮੂਹ ਜਿਹੜਾ। ਔਰ ਦੂਸਰੀ ਗੱਲ ਹੈ ਜਿਹੜੀ ਤੁਸੀਂ ਸਬਜਵਾਗ ਦਿਖਾਉਣ ਦੀ ਗੱਲ ਹੈ, ਮੈਂ ਤਾਂ ਇਹ ਸੋਚਦਾ ਹੁੰਦਾ ਵੀ ਸਾਨੂੰ ਸਾਰਿਆਂ ਨੂੰ ਸਿਆਣੇ ਹੋਣ ਦੀ ਜ਼ਰੂਰਤ ਹੈ। ਤੁਹਾਨੂੰ ਕੋਈ ਐਕਸਪਲੋਇਟ ਨਾ ਕਰ ਸਕੇ, ਕੋਈ ਸਿੰਗਲ ਵੋਟਰ ਨੂੰ ਐਕਸਪਲੋਇਟ ਨਾ ਕਰ ਸਕੇ। ਇੰਨੇ ਇੰਟੈਲੀਜੈਂਟ ਹੋਣ ਵੀ ਲੀਡਰਾਂ ਨੂੰ ਪੁੱਛਣ ਵੀ ਭਾਈ ਇਹਦਾ ਗੱਲ ਕੀ ਹੈ, ਇਹਦਾ ਜਵਾਬ ਕੀ ਹੈ, ਇਹਦਾ ਆਨਸਰ ਕੀ ਹੈ, ਇਹਨੂੰ ਕਿੱਦਾਂ ਕਰੋਗੇ। ਤਾਂ ਹੀ ਲੀਡਰਾਂ ਤੇ ਸਾਡੇ ਪ੍ਰੋਬਲਮ ਕਿੱਥੇ ਆ, ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਗਰੁੱਪ ਬਣ ਗਏ। ਉਹ ਗਰੁੱਪ ਕਿਉਂ ਬਣੇ? ਤਾਇਆ ਸੱਜੇ ਨੂੰ ਤੇ ਚਾਚਾ ਖੱਬੇ ਨੂੰ। ਚਾਹੇ ਪੱਕੀ ਗੱਲ ਹੀ ਆ ਵੀ ਤਾਇਆ ਜੇ ਸੱਜੇ ਨੂੰ ਚਲੇ ਗਿਆ ਨਾ ਤੇ ਚਾਚੇ ਨੇ ਖੱਬੇ ਨੂੰ ਜਾਣਾ। ਅੱਛਾ, ਪੋਲੀਟੀਸ਼ੀਅਨ ਨੂੰ ਐਂ ਲੱਗਦਾ ਵੀ ਉਹਨੂੰ ਐਂ ਲੱਗਦਾ ਵੀ ਇਹ ਤਾਂ ਗੱਲ ਠੀਕ ਹੈਗੀ ਆ, ਮੈਨੂੰ ਤਾਂ ਪੁੱਛਦੇ ਨਹੀਂ ਆ, ਕਿਉਂਕਿ ਜੇ ਤਾਇਆ ਸੱਜੇ ਨੂੰ ਚਲੇ ਗਿਆ ਤੇ ਚਾਚਾ ਖੱਬੇ ਨੂੰ ਆ। ਸੋ ਇਸ ਕਰਕੇ ਇੱਕ ਗਰੁੱਪ ਤਾਂ ਮੇਰੇ ਕੋਲ ਹੈਗਾ, ਇੱਕ ਗਰੁੱਪ ਦੂਜੇ ਕੋਲ ਹੈਗਾ। ਤੇ ਉਹ ਜਦੋਂ ਵੀ ਫਲੋ ਜਿਹਾ ਬਣਦਾ 2-4%, 5%, 10% ਜਿਹੜੇ ਸੋਚਣ ਵਾਲੇ ਹੁੰਦੇ ਆ, ਉਹ ਜਦੋਂ ਸੋਚ ਕੇ ਵੋਟ ਪਾ ਦਿੰਦੇ ਤੇ ਫਿਰ ਉੱਧਰਲੀ ਗਵਰਨਮੈਂਟ ਬਣ ਜਾਂਦੀ ਹੈ। ਫਿਰ ਉਹ ਕੰਮ ਕਰਨ ਲੱਗ ਪੈਂਦੇ ਜਿਹੜਾ ਪਹਿਲੀ ਗਵਰਨਮੈਂਟ ਨੇ ਕੀਤਾ। ਅਸੀਂ ਵੀ ਜੋ ਪਹਿਲੀ ਗਵਰਨਮੈਂਟ ਨੇ ਕੀਤਾ ਲਗਭਗ ਅਸੀਂ ਵੀ ਉਹੀ ਕਰਨ ਰਹੇ ਹਾਂ। ਸੋ ਇਸ ਕਰਕੇ ਮੈਂ ਤਾਂ ਵਿਸਲ ਬਲੋਅਰ ਹੈਗਾ, ਮੈਂ ਤਾਂ ਉਹਨਾਂ 80 MLA ਦੇ ਵਿੱਚੋਂ ਇੱਕ ਹੈਗਾ। ਔਰ ਮੈਂ ਕਦੀ ਵੀ
ਕਦੀ ਸਿਸਟਮ ਨੂੰ ਮੈਂ ਕਹਿੰਦਾ ਸਟਰੋਂਗ ਕਰ ਲਈਏ, ਮੈਂ ਕਦੀ ਵੀ ਰਿਬੈਲ ਨਹੀਂ ਹੁੰਦਾ, ਬਟ ਐਟ ਦਾ ਸੇਮ ਟਾਈਮ ਉਹ ਗੱਲ ਕਹਿਣੀ ਚਾਹੀਦੀ ਹੈ ਜਿਹੜੀ ਅੱਜ ਅਸੀਂ ਕਰ ਸਕਦੇ ਹਾਂ। ਜਦੋਂ ਇਹ ਅੱਜ ਨਿਕਲ ਗਿਆ, ਵਰਤਮਾਨ ਸਮਾਂ ਬੀਤ ਗਿਆ, ਤੇ ਫਿਰ ਉਹਦੇ ਵਿੱਚੋਂ ਸਿਰਫ ਡਿਸਕਸ਼ਨ ਤਾਂ ਹੋ ਸਕਦੀ ਆ, ਲੇਕਿਨ ਉਹਦੇ ਚੋਂ ਨਿਕਲਣਾ ਕੁਛ ਨਹੀਂ ਹੈ। ਸੋ ਇਸ ਕਰਕੇ ਸਾਨੂੰ ਸਿਆਣੇ ਜੋਸ਼ ਤੇ ਹੋਸ਼ ਦਾ ਸੁਮੇਲ, ਪੰਜਾਬੀਆਂ 'ਚ ਕਿਤੇ ਇਕੱਲਾ ਹੀ ਜੋਸ਼ ਆ, ਕਿਤੇ ਇਕੱਲਾ ਹੀ ਹੋਸ਼ ਹੈ, ਕਿਉਂਕਿ ਜਿਹੜਾ ਹੋਸ਼ ਵਾਲਾ ਬੰਦਾ ਆ ਉਹ ਵੀ ਡਿਸੀਜਨ ਨਹੀਂ ਲੈਂਦਾ, ਕੱਲਾ ਜੋਸ਼ ਵਾਲਾ ਕਈ ਵਾਰੀ ਜਿਹੜਾ ਉਹ ਗਲਤ ਡਿਸੀਜਨ ਲੈ ਲੈਂਦਾ। ਸੋ ਇਸ ਕਰਕੇ ਉਸ ਐਗਰੈਸ਼ਨ ਦੇ ਵਿੱਚੋਂ ਕਈ ਵਾਰੀ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਜਾਂਦਾ, ਜਦ ਕਿ ਹੋਣਾ ਤਾਂ ਉਹਦਾ ਫਾਇਦਾ ਚਾਹੀਦਾ। ਜਦੋਂ ਇਹਨਾਂ ਦਾ ਕੰਬੀਨੇਸ਼ਨ ਬਣਾਵੇ, ਇਜ਼ਰਾਈਲ ਨੇ ਕੰਬੀਨੇਸ਼ਨ ਬਣਾਇਆ ਇਹਦਾ, ਕਿਉਂਕਿ ਉੱਦਾਂ ਉਹਨਾਂ ਲੋਕਾਂ ਦੀ ਵੀ ਜਿਹੜੀ ਕਿਤੇ ਨਾ ਕਿਤੇ ਸੋਚ ਹੈ ਉਹ ਆਪਣੇ ਨਾਲ ਰਲਦੀ ਆ, ਲੇਕਿਨ ਉਹ ਜੋਸ਼ ਤੇ ਹੋਸ਼ ਦਾ ਸੁਮੇਲ ਹੋਣ ਕਰਕੇ ਉਹ ਦੁਨੀਆ ਦੇ ਉੱਤੇ ਇਕਨੋਮਿਕਲੀ, ਜਦੋਂ ਇਕਨੋਮਿਕਲੀ ਠੀਕ ਹੋ ਜਾਂਦੇ ਆ, ਮੰਨ ਲਓ ਜੇ ਕਿਸੇ ਘਰ ਦੇ ਉੱਤੇ ਕਰਜ਼ਾ, ਤੇ ਉਹ ਘਰ ਦੀ ਜਿਹੜੀ ਮਾਨਸਿਕਤਾ ਬਦਲ ਜਾਂਦੀ ਆ। ਜੇ ਉਹ ਸੁਰਖਰੂ ਹੋ ਜਾਂਦਾ ਤੇ ਉਹਦੀ ਮਾਨਸਿਕਤਾ ਡਿਫਰੈਂਟ ਹੋ ਜਾਂਦੀ, ਇੱਕ ਪੋਜ਼ਿਟਿਵ ਅਪਰੋਚ ਬਦਲ ਜਾਂਦੀ, ਅਪਰੋਚ ਜਿਹੜੀ ਬਦਲ ਜਾਂਦੀ ਆ। ਸੋ ਇਸ ਕਰਕੇ ਸਮਾਂ ਇਹੋ ਜਿਹਾ ਹੈਗਾ ਨੀਲ ਜੀ ਵੀ ਸਾਨੂੰ ਇਸ ਜੋਸ਼ ਤੇ ਹੋਸ਼ ਦੇ ਸੁਮੇਲ ਨਾਲ ਕੰਮ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਹੈ। ਜੀ ਬਿਲਕੁਲ, ਜੋਸ਼ ਤੇ ਹੋਸ਼ ਦੇ ਸੁਮੇਲ ਨਾਲ ਕੰਮ ਕਰਕੇ ਹੀ ਜੰਗਾਂ ਜਿੱਤੀਆਂ ਜਾਂਦੀਆਂ ਨੇ। ਪਰ ਇਹ ਜੰਗ ਦੇ ਵਿੱਚ ਮੈਂ ਜੋ ਨਿੱਜੀ ਤੌਰ ਤੇ ਮਹਿਸੂਸ ਕਰਦਾ, ਉਹਦੇ 'ਚ ਹੁਣ ਵਾਰੀ ਸਾਡੇ ਨੇਤਾਵਾਂ ਦੀ ਹੈ, ਪੋਲੀਟੀਸ਼ੀਅਨਸ ਦੀ ਹੈ, ਤਾਂ ਜੋ 2022 'ਚ ਜਦੋਂ ਲੋਕਾਂ ਦੀ, ਜਨਤਾ ਦੀ ਵਾਰੀ ਆਣੀ ਹੈ, ਉਦੋਂ ਤੱਕ ਉਹਨਾਂ ਦੇ ਸਾਹਮਣੇ ਚੰਗੇ ਤੇ ਮਾੜੇ ਦੀ ਪਰਖ ਹੋਣ ਤੋਂ ਬਾਅਦ ਨਿਚੋੜ ਕੇ ਬੰਦੇ ਖੜੇ ਹੋਣੇ ਚਾਹੀਦੇ ਨੇ ਕਿ ਇਹ ਬੰਦੇ ਖੜੇ ਹੋਣ ਵਾਲੇ ਨੇ। ਤੇ ਉਹਨਾਂ ਨੂੰ ਇਹ ਖੇਤੀ ਆਰਡੀਨੈਂਸਾਂ ਦਾ ਜਿਹੜਾ ਸੰਘਰਸ਼ ਹੈ, ਮੇਰੇ ਖਿਆਲ 'ਚ ਇਹ ਸਹੀ ਇੱਕ ਇਹਦਾ ਹਾਂ ਪੱਖੀ ਪੱਖ ਇਹ ਹੈ ਕਿ ਇਹ ਜਿਹੜਾ ਹੁਣ ਮਧਾਣੀ ਰੜਕੇਗੀ 1.5 ਸਾਲ, ਉਹਦੇ 'ਚੋਂ ਹੁਣ ਸਹੀ ਪੰਜਾਬ ਨਾਲ ਖੜੇ ਹੋਣ ਵਾਲੇ ਨੇਤਾਵਾਂ ਦੀ, ਸਾਡੀ ਅਗਵਾਈ ਕਰਨ ਵਾਲਿਆਂ ਦੀ ਸਾਨੂੰ ਪੱਕੀ ਨਿਸ਼ਾਨਦੇਹੀ ਕਰਨ ਦਾ ਮੌਕਾ ਮਿਲੇਗਾ। ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਪੋਲੀਟੀਸ਼ੀਅਨ ਜ਼ਰੂਰ ਜਿਹੜਾ ਸਾਡੀਆਂ ਉਮੀਦਾਂ ਤੇ ਜ਼ਰੂਰ ਖਰੇ ਉਤਰਨਗੇ। ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ ਜੀ। ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।